ना विचारु कोई, माटी का क्या तू पै स्वामी। मानस की गत एही, ज्यों बुलावे त्यों बोले स्वामी। कुदरत कवण हमारी, साध संग नानक जस गायो। जो प्रभ की अत प्यारी, वाहिगुरु साहिब जीओ। दुख सुख करते तुर लिख पाया, दूजा पाओ आप वरताया। गुरमुख होवे सो अलिप्तो वरतै, मन मुख का क्या विसाहे। से मन मुख जो शब्द ना पछाणे, गुर के पै की सार न जाने। पै बिन क्यों निरपौ सच पाइयै, जम काढ़ लएगा साही। अफरियो जम मारिया ना जाई, गुर कै शब्दे नेड़ ना आई। शब्द सुने तां दूरों भागै, मत मारे हर जियो वे परवाहे। हर जियो की है सब सिरकारा, इह जम क्या करे विचारा। हुक्मी बंदा हुक्म कमावै, हुक्मे कढदा साहे। गुरमुख साचे किया आकारा, गुरमुख पसरिया सब पासारा। गुरमुख होवै सो सच बूझै, शब्द सच्चै सुख ताहे। गुरमुख होवै सो सच बूझै, शब्द सच्चै सुख ताहे। परम सन्मान योग जुगो जुग अटल, चवर छतर तखत दे मालक साहिब श्री गुरु ग्रंथ साहिब महाराज जी दी पावन गोद विच विराजमान। जुड़ बैठे गुरमुख प्यारे गुरु सवारे सत संगी जनों वडभागे हो। साहिबां दी पावन गोद विच जुड़ बैठ करके अमृतमई पावन बाणी आसा की वार दा कीर्तन श्रवण कर रहे सी ते अपने जीवन दीयां अमोलक घड़ियां नूं सफल करन दा यतन कर रहे सी। श्री गुरु ग्रंथ साहिब जी दी पावन बाणी दी लड़ीवार कथा विचार विचों आप जियां ने विचार अधीन शब्द मारू सोले पावन बाणी विचों श्री गुरु अमरदास महाराज जी दा
ਇਹ ਪਾਵਨ ਸ਼ਬਦ ਇਸ ਤੇ ਚੌਥੇ ਪਦੇ ਤੋਂ ਲੈ ਕਰਕੇ 9ਵੇਂ ਪਦੇ ਤੱਕ ਪਾਠ ਰੂਪ ਦੇ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਬਦ ਦੇ ਪਹਿਲੀਆਂ ਪਦੀਆਂ ਦੀ ਆਪਾਂ ਜਦੋਂ ਵਿਚਾਰ ਕੀਤੀ ਸੀ ਤੇ ਗੁਰੂ ਜੀ ਨੇ ਆਖਿਆ ਸੀ ਜਿਹੜੇ ਗੁਰੂ ਨੂੰ ਸੇਵਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ, ਚੰਗੀ ਕਿਸਮਤ ਵਾਲੇ ਨੇ। ਜਿਹੜੇ ਗੁਰੂ ਤੋਂ ਸਿੱਖਿਆ ਲੈ ਕੇ, ਗੁਰੂ ਤੋਂ ਉਪਦੇਸ਼ ਲੈ ਕੇ ਜ਼ਿੰਦਗੀ ਜਿਉ ਰਹੇ ਨੇ ਤੇ ਉਹਨਾਂ ਦੀ ਲਿਵ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ ਤੇ ਉਹਨਾਂ ਦੇ ਮਨ ਹਿਰਦੇ ਵਿੱਚ ਸੁੱਖਾਂ ਦਾ ਦਾਤਾ ਆ ਕੇ ਵਸ ਜਾਂਦਾ ਹੈ। ਸ਼ਬਦ ਦੀ ਕਮਾਈ ਕਰਕੇ ਉਹਨਾਂ ਦੇ ਜੀਵਨ ਵਿੱਚ ਸਦਾ ਹੀ ਚੜ੍ਹਦੀ ਕਲਾ ਬਣੀ ਰਹਿੰਦੀ ਹੈ, ਅਡੋਲ ਜੀਵਨ ਉਹ ਬਤੀਤ ਕਰਦੇ ਨੇ। ਇੱਥੋਂ ਤੱਕ ਆਪਾਂ ਵਿਚਾਰਿਆ ਸੀ। ਹੁਣ ਅਗਲੇ ਪਦਿਆਂ ਵਿੱਚ ਮੇਰੇ ਸਤਿਗੁਰੂ ਜੀ ਕਹਿ ਰਹੇ ਨੇ, ਦੁੱਖ ਸੁੱਖ ਕਰਤੈ ਧੁਰ ਲਿਖ ਪਾਇਆ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਹੁਕਮ ਦੇ ਵਿੱਚ ਜੀਵਾਂ ਦੀ ਜ਼ਿੰਦਗੀ ਵਿੱਚ ਦੁੱਖ ਵੀ ਪਾਇਆ ਹੈ ਤੇ ਸੁੱਖ ਵੀ ਪਾਇਆ। ਭਾਵ ਕਿ ਉਹਦੇ ਪੈਦਾ ਕੀਤੇ ਹੋਏ ਜੀਵਾਂ ਨੂੰ ਦੁੱਖ ਦੇ ਵਿੱਚੋਂ ਵੀ ਲੰਘਣਾ ਪਵੇਗਾ ਤੇ ਸੁੱਖ ਦੇ ਵਿੱਚੋਂ ਵੀ ਲੰਘਣਾ ਪਵੇਗਾ, ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਦੀ ਮਨੁੱਖ ਸੁੱਖ ਦੇ ਕੱਪੜੇ ਪਹਿਨਦਾ ਹੈ ਤੇ ਕਦੀ ਮਨੁੱਖ ਦੁੱਖ ਦੇ ਕੱਪੜੇ ਪਹਿਨਦਾ ਹੈ। ਇਹਨਾਂ ਦੋਵਾਂ ਦੇ ਵਿੱਚੋਂ ਦੀ ਮਨੁੱਖ ਨੂੰ ਆਪਣਾ ਜੀਵਨ ਬਤੀਤ ਕਰਨਾ ਪੈਂਦਾ ਹੈ। ਤੇ ਗੁਰੂ ਜੀ ਕਹਿੰਦੇ ਨੇ, ਜਿਸ ਕੁਲ ਗੁਰੂ ਦੀ ਬਾਣੀ ਦਾ ਗਿਆਨ, ਪਰਮੇਸ਼ਰ ਦੇ ਨਾਮ ਦੀ ਸੋਝੀ ਹੈ, ਉਹ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝਦਾ ਹੈ। ਉਹ ਦੁੱਖ ਆਉਣ ਤੇ ਕਲਪਤਾ ਨਹੀਂ, ਪਰਮਾਤਮਾ ਨੂੰ ਗਿਲੇ ਸ਼ਿਕਵੇ ਨਹੀਂ ਦਿੰਦਾ ਤੇ ਸੁੱਖ ਆਉਣ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ। ਸੁੱਖ ਆਉਣ ਤੇ ਵੀ ਉਸ ਨੂੰ ਭੁੱਲਦਾ ਨਹੀਂ। ਆਮ ਇਨਸਾਨ ਸੁੱਖ ਆ ਜਾਏ ਤੇ ਹੰਕਾਰੀ ਬਣ ਜਾਂਦਾ, ਰੱਬ ਨੂੰ ਭੁੱਲ ਜਾਂਦਾ, ਤੇ ਜਦੋਂ ਦੁੱਖ ਆਵੇ ਤੇ ਉਦੋਂ ਰੱਬ ਜੀ ਨੂੰ ਗਿਲੇ ਤੇ ਸ਼ਿਕਵੇ ਕਰਦਾ, ਮਿਹਣੇ ਮਾਰਦਾ। ਇਹ ਦੋਵੇਂ ਬੰਧਨ ਨੇ, ਸੁੱਖ ਵੀ ਬੰਧਨ ਹੈ ਤੇ ਦੁੱਖ ਵੀ ਬੰਧਨ ਹੈ। ਗੁਰਮਤ ਨੂੰ ਜਦੋਂ ਪੜ੍ਹੋਗੇ ਨਾ, ਗੁਰਬਾਣੀ ਨੂੰ ਜਦੋਂ ਸਮਝੋਗੇ ਤੇ ਗੁਰਬਾਣੀ ਸੁੱਖ ਤੇ ਦੁੱਖ ਨੂੰ ਵੀ ਬੰਧਨ ਕਹਿੰਦੀ ਹੈ। ਹੁਣ ਵੇਖੋ ਜੀ, ਜੰਜੀਰ ਭਾਵੇਂ ਸੋਨੇ ਦੀ ਹੋਵੇ, ਜੰਜੀਰ ਭਾਵੇਂ ਲੋਹੇ ਦੀ ਹੋਵੇ, ਹੈ ਤੇ ਜੰਜੀਰ ਨਾਲ ਜਿਹਦੇ ਨਾਲ ਬੰਦਾ ਬੰਨਿਆ ਹੋਇਆ। ਤੇ ਜੇ ਆਪਾਂ ਨਾ ਵੇਖਿਆ ਜਾਏ, ਜਦੋਂ ਬੰਦੇ ਦੇ ਜੀਵਨ ਵਿੱਚ ਦੁੱਖ ਆਉਂਦਾ ਹੈ ਤੇ ਬੰਦਾ ਕਹਿੰਦਾ ਰੱਬ ਮੇਰੇ ਨਾਲ ਬੜਾ ਮਾੜਾ ਕਰ ਰਿਹਾ ਹੈ, ਰੱਬ ਮੇਰੇ ਤੋਂ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈ ਰਿਹਾ ਹੈ, ਮੈਨੂੰ ਹੀ ਸਾਰੇ ਦੁੱਖ ਦੇਈ ਜਾ ਰਿਹਾ ਹੈ। ਪਰ ਬੰਦਾ ਭੁੱਲ ਜਾਂਦਾ ਹੈ ਵੀ ਪਹਿਲੀ ਗੱਲ ਵੀ ਇਹਦੇ ਵਿੱਚ ਰੱਬ ਦਾ ਕੋਈ ਕਸੂਰ ਨਹੀਂ ਹੈ। ਜਿਤਨੇ ਵੀ ਦੁੱਖ ਤੇਰੇ ਜੀਵਨ ਵਿੱਚ ਆਏ ਨੇ ਉਹ ਤੇਰੇ ਆਪਣੇ ਕਰਮਾਂ ਕਰਕੇ ਆਏ ਨੇ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕੇਵਲ ਮਨੁੱਖ ਦੇ ਜੀਵਨ ਵਿੱਚ ਹੀ ਦੁੱਖ ਨਹੀਂ, ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਨਾ, ਵੱਡੇ ਵੱਡੇ ਅਵਤਾਰੀ ਪੁਰਸ਼, ਵੱਡੇ ਵੱਡੇ ਰਿਸ਼ੀ ਮੁਨੀ, ਉਹਨਾਂ ਨੂੰ ਵੀ ਦੁੱਖ ਦੇ ਵਿੱਚੋਂ ਦੀ ਨਿਕਲਣਾ ਪਿਆ ਹੈ। ਉਹਨਾਂ ਨੂੰ ਵੀ ਦੁੱਖ ਨੇ ਕਲਪਾ ਦਿੱਤਾ। ਜਦੋਂ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਬੋਲ ਪੜ੍ਹਦੇ, ਸ਼ਬਦ ਪੜ੍ਹਦੇ, ਜਿਹਦੇ ਵਿੱਚ ਵੱਡੇ ਵੱਡੇ ਰਿਸ਼ੀਆਂ ਮੁਨੀਆਂ, ਬਲਸ਼ਾਲੀ ਅਵਤਾਰੀ ਪੁਰਸ਼ਾਂ ਦਾ ਜ਼ਿਕਰ ਕੀਤਾ ਵੀ ਉਹ ਵੀ ਦੁੱਖ ਵਿੱਚ ਰੋਏ ਨੇ, ਉਹ ਵੀ ਦੁੱਖ ਵਿੱਚ ਕਲਪੇ ਨੇ। ਕਹਿੰਦੇ ਸਹੰਸ ਹਰ ਦਾਨ ਦੇ ਇੰਦਰ ਰੁਵਾਇਆ। ਇੰਦਰ ਨੇ ਜਦੋਂ ਗੌਤਮ ਰਿਸ਼ੀ ਦੀ ਪਤਨੀ ਦਾ ਸੱਤ ਭੰਗ ਕੀਤਾ ਤੇ ਗੌਤਮ ਰਿਸ਼ੀ ਨੇ ਗੁੱਸੇ ਵਿੱਚ ਆ ਕੇ
ਉਹਨੂੰ 1000 ਭਗਾਂ ਦਾ ਸ਼ਰਾਪ ਦਿੱਤਾ। ਜਦੋਂ ਉਹਦੀ ਸਾਰੀ ਬੋਡੀ ਤੇ ਸਰੀਰ ਦੇ ਉੱਤੇ ਇੰਦਰ ਨੂੰ ਆਪਣੇ ਸੁੰਦਰ ਸਰੂਪ ਦਾ ਬੜਾ ਮਾਣ ਸੀ ਵੀ ਮੈਂ ਬੜਾ ਸੁੰਦਰ ਵਾਂ, ਵਾਕਈ ਸੁੰਦਰ ਵੀ ਹੈਗਾ ਸੀ ਉਹ। ਜਦੋਂ 1000 ਭਗਾਂ ਦੇਖਦਾ ਹੈ ਤੇ ਰੋਂਦਾ ਹੈ, ਕੁਰਲਾਉਂਦਾ ਹੈ। ਕਹਿੰਦੇ ਸਹੰਸਰ ਦਾਨ ਦੇ ਇੰਦਰ ਰੁਵਾਇਆ, ਪਰਸ਼ੂਰਾਮ ਰੋਵੇ ਘਰ ਆਇਆ। ਤੇ ਪਰਸ਼ੂਰਾਮ ਜਿੰਨੇ ਕਸਮ ਖਾਧੀ ਸੀ ਮੈਂ ਜਿੰਨੀ ਵਾਰੀ ਖੱਤਰੀ ਪੈਦਾ ਹੋਣਗੇ ਓਨੀ ਵਾਰੀ ਮਾਰਾਂਗਾ, ਇਹਨੇ ਹਜ਼ਾਰਾਂ ਲੱਖਾਂ ਖੱਤਰੀ ਖਤਮ ਕੀਤੇ। ਤੇ ਜਦੋਂ ਰਾਮਚੰਦਰ ਜੀ ਇਹਦੇ ਸਨਮੁਖ ਆਏ, ਰਾਮਚੰਦਰ ਜੀ ਦੇ ਨਾਲ ਇਹਦਾ ਮੁਕਾਬਲਾ ਹੋਇਆ ਤੇ ਰਾਮਚੰਦਰ ਜੀ ਨੇ ਇਹਦਾ ਬਲ ਖੋਲਿਆ। ਜਿਸ ਬਲ ਜਿਸ ਤਾਕਤ ਦੇ ਨਾਲ ਖੱਤਰੀਆਂ ਨੂੰ ਮਾਰਦਾ ਪਿਆ ਸੀ ਉਹ ਬਲ ਖੋਲਿਆ। ਕਹਿੰਦੇ ਪਰਸ਼ੂਰਾਮ ਰੋਵੇ ਘਰ ਆਇਆ, ਇਹ ਆਪਣਾ ਬਲ ਖਵਾ ਕੇ ਰੋਂਦਾ, ਇਹ ਵੀ ਦੁਖੀ ਹੁੰਦਾ। ਫਿਰ ਅੱਗੇ ਕਹਿੰਦੇ ਨੇ ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਅਜੇ ਕੌਣ ਹੈ? ਰਾਮਚੰਦਰ ਜੀ ਦਾ ਦਾਦਾ। ਇਹਦੇ ਦਰ ਤੇ ਕੋਈ ਫਕੀਰ ਆਇਆ ਸੀ ਤੇ ਮਜ਼ਾਕ ਦੇ ਵਿੱਚ ਇਹਨੇ ਕੁਝ ਹੋਰ ਦਾਨ ਦੇਣ ਦੀ ਏਵਜ ਵਿੱਚ, ਬਦਲੇ ਵਿੱਚ ਉਹਦੀ ਝੋਲੀ ਵਿੱਚ ਘੋੜਿਆਂ ਦੀ ਲਿੱਦ ਪਾ ਦਿੱਤੀ, ਮਜ਼ਾਕ ਕੀਤਾ। ਪਰ ਉਹ ਰੱਬੀ ਰੂਹ ਸੀ, ਰੱਬ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਪੁਰਸ਼ ਸੀ। ਉਹਨੇ ਜਾ ਕੇ ਲਿੱਦ ਆਪਣੇ ਜਿੱਥੇ ਉਹਦਾ ਟਿਕਾਣਾ ਸੀ ਝੁੱਗੀ ਦੇ ਸਾਹਮਣੇ ਸੁੱਟ ਦਿੱਤੀ। ਉਹ ਵੱਧਦੀ ਗਈ, ਜੋ ਸਾਖੀ ਕਹਿੰਦੀ ਹੈ, ਜੋ ਪੁਰਾਣਾਂ ਦੇ ਵਿੱਚ ਜੋ ਗਾਤਾ ਹੈ, ਉਹ ਵੱਧਦੀ ਗਈ। ਇੱਕ ਦਿਨ ਇਹ ਅਜੇ ਜਿਹੜਾ ਹੈ ਉਹ ਸ਼ਿਕਾਰ ਖੇਡਦਾ ਖੇਡਦਾ ਉਸ ਜੰਗਲ ਦੇ ਕਿਨਾਰੇ ਗਿਆ। ਉੱਥੇ ਉਹਨਾਂ ਫਕੀਰਾਂ ਦੀ ਕੁਟੀਆ ਤੇ ਲਿੱਦ ਵੇਖੀ ਤੇ ਬੜਾ ਹੈਰਾਨ ਹੋਇਆ ਵੀ ਇੱਥੇ ਕੋਈ ਘੋੜਿਆਂ ਦਾ ਅਸਤਬਲ ਨਹੀਂ, ਕੋਈ ਘੋੜੇ ਨਹੀਂ ਤੇ ਲਿੱਦ ਦਾ ਢੇਰ ਏਡਾ ਵੱਡਾ। ਤੇ ਉੱਥੇ ਉਸ ਫਕੀਰ ਦੇ ਚੇਲੇ ਨੂੰ ਪੁੱਛ ਲਿਆ ਵੀ ਤੁਹਾਡੇ ਕੋਲ ਘੋੜਾ ਤੇ ਕੋਈ ਹੈ ਨਹੀਂ, ਅਸਤਬਲ ਤੇ ਕੋਈ ਹੈ ਨਹੀਂ, ਪਰ ਇੱਥੇ ਲਿੱਦ ਦਾ ਢੇਰ ਕਿਉਂ? ਉਸ ਫਕੀਰ ਦੇ ਚੇਲੇ ਨੇ ਆਖਿਆ ਵੀ ਸਾਡਾ ਮੁਰਸ਼ਦ, ਸਾਡਾ ਪੀਰ, ਸਾਡਾ ਫਕੀਰ ਕਿਸੇ ਰਾਜੇ ਦੇ ਦਰਬਾਰ ਵਿੱਚ ਗਿਆ ਸੀ ਤੇ ਉਹਨੇ ਮਜ਼ਾਕ ਦੇ ਨਾਲ ਉਹਦੀ ਝੋਲੀ ਵਿੱਚ ਭਿੱਖਿਆ ਰੂਪ ਦੇ ਵਿੱਚ ਲਿੱਦ ਪਾਈ ਤੇ ਦਾਨ ਵੱਧਦਾ ਹੈ ਤੇ ਉਹਨੇ ਲਿਆ ਕਰਕੇ ਇੱਥੇ ਸੁੱਟ ਦਿੱਤੀ। ਇਹ ਦਾਨ ਹੁਣ ਵੱਧਦਾ ਹੀ ਜਾ ਰਿਹਾ ਹੈ, ਇਹ ਵੱਧਦਾ ਹੀ ਜਾ ਰਿਹਾ। ਹੁਣ ਅਜੇ ਕਹਿੰਦਾ ਉਹ ਤੇ ਪਾਪ ਮੈਂ ਕੀਤਾ ਹੈ, ਉਹ ਤੇ ਮਜ਼ਾਕ ਮੈਂ ਕੀਤਾ ਸੀ। ਇਹ ਅਜੇ ਹੁਣ ਅੰਦਰ ਕੁਟੀਆ ਦੇ ਵਿੱਚ ਗਿਆ ਤੇ ਉਸ ਫਕੀਰ ਦੇ ਚਰਨਾਂ ਵਿੱਚ ਟਹਿ ਪਿਆ ਵੀ ਇਹ ਪਾਪ ਮੈਂ ਕੀਤਾ, ਇਹ ਦਾਨ ਵੱਧਦਾ ਜਾ ਰਿਹਾ ਹੈ। ਕਹਿਣ ਲੱਗੇ ਇਹ ਤੈਨੂੰ ਖਾਣੀ ਪੈਗੀ, ਤੂੰ ਦਿੱਤੀ ਹੈ ਨਾ ਮੈਨੂੰ, ਇਹ ਤੈਨੂੰ ਖਾਣੀ ਪੈਗੀ। ਕਹਿਣ ਲੱਗੇ ਇੰਨੀ ਲਿੱਦ ਇਹ ਮੈਂ ਕਿਵੇਂ ਖਾ ਸਕਦਾ? ਕਹਿਣ ਲੱਗੇ ਫਿਰ ਕੋਈ ਐਸਾ ਕੰਮ ਕਰ ਜਿਹਦੇ ਨਾਲ ਲੋਕ ਤੇਰੀ ਨਿੰਦਿਆ ਕਰਨ ਤੇ ਇਹ ਘਟੇ। ਉਹ ਕਹਿੰਦੇ ਨੇ ਉਹ ਰੱਥ ਵਿੱਚ ਸਵਾਰ ਹੋ ਕੇ ਕੁਝ ਐਸੀਆਂ ਹਰਕਤਾਂ ਕਰਨ ਲੱਗਾ, ਸਾਰਿਆਂ ਸ਼ਹਿਰ ਦੇ ਲੋਕਾਂ ਨੇ ਉਹਦੀ ਨਿੰਦਿਆ ਕੀਤੀ ਤੇ ਉਹ ਲਿੱਦ ਦਾ ਢੇਰ ਘਟ ਗਿਆ। ਪਰ ਇੱਕ ਇਸਤਰੀ ਜਿਹੜੀ ਰੱਬ ਦੇ ਨਾਮ ਵਿੱਚ ਰੰਗੀ ਹੋਈ ਸੀ ਕਹਿਣ ਲੱਗੀ ਉਹ ਮੈਂ ਲਿੱਦ ਕਿਉਂ ਖਾਵਾਂ, ਮੈਂ ਇਸ ਦੀ ਨਿੰਦਿਆ ਕਿਉਂ ਕਰਾਂ? ਉਹਨੇ ਨਹੀਂ ਨਿੰਦਿਆ ਕੀਤੀ ਤੇ ਜਿੰਨੀ ਕੁ ਲਿੱਦ ਇਹਨੇ ਪਾਈ ਸੀ ਉਨੀ ਫਿਰ ਬਚ ਗਈ। ਬੁੱਕ ਭਰ ਕੇ ਜਿਹੜਾ ਲਿੱਦ ਦਾ ਪਾਇਆ ਸੀ ਨਾ ਉਨੀ ਕੁ ਉਹ ਲਿੱਦ ਫਿਰ ਬਚ ਗਈ। ਤੇ ਇਹ ਅਜੇ ਕਹਿੰਦਾ ਹੈ ਫਕੀਰ ਸਾਈਂ ਜੀ ਇਹ ਤੇ ਇੰਨੀ ਕੁ ਫਿਰ ਬਚ ਗਈ। ਕਹਿਣ ਲੱਗੇ ਇੰਨੀ ਕੁ ਤੈਨੂੰ ਖਾਣੀ ਪੈ ਗਈ, ਭਾਵੇਂ ਜੋ ਮਰਜ਼ੀ ਕਰ ਲਾ। ਉਹ ਕਹਿਣ ਲੱਗੇ ਮੈਂ ਰਾਜਾ ਹੋ ਕਰਕੇ ਮੈਂ ਘੋੜਿਆਂ ਦੀ ਲਿੱਦ ਖਾਵਾਂ? ਕਹਿਣ ਲੱਗੇ ਖਾਣੀ ਪੈ ਗਈ, ਪਾਪ ਤੂੰ ਕੀਤਾ ਹੈ, ਭੁਗਤਣਾ ਤੈਨੂੰ ਪਏਗਾ। ਕਹਿਣ ਲੱਗੇ ਤਰਤੀਬ ਦੱਸੋ ਕਿਵੇਂ ਖਾਵਾਂ? ਕਹਿਣ ਲੱਗੇ ਸਵਾਹ ਬਣਾ ਕੇ ਤੇ ਖਾ ਲਏਗਾ ਨਾ, ਉਂਝ ਤੇ ਖਾਣੀ ਔਖੀ ਹੈ। ਉਸ ਲਿੱਦ ਨੂੰ ਸਾੜਿਆ ਗਿਆ, ਉਹ ਸਵਾਹ ਦੀਆਂ ਬੁਰਕੀਆਂ ਭਰਦਾ ਤੇ ਨਾਲੇ ਰੋਂਦਾ ਹੈ। ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਉਹ ਵੀ ਰੋਇਆ ਹੈ ਇੱਕ ਵਿਰਾਟ ਰਾਜਾ ਹੋ ਕਰਕੇ, ਆਪਣੇ ਕੀਤੇ ਕਰਮਾਂ ਕਰਕੇ ਦੁੱਖ ਉਹਨੂੰ ਮਿਲਿਆ ਤੇ ਰੋਇਆ, ਕਲਪਿਆ। ਫਿਰ ਕਹਿੰਦੇ ਨੇ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਜਦੋਂ ਰਾਮਚੰਦਰ ਜੀ ਨੂੰ ਵਨਵਾਸ ਮਿਲਿਆ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਗਿਰੇ ਨੇ, ਉਹਨਾਂ ਨੂੰ ਵੀ ਦੁੱਖ ਪ੍ਰਤੀਤ ਹੋਇਆ। ਜਦੋਂ ਸੀਤਾ ਵਿਛੜ ਗਈ, ਲਛਮਣ ਵਿਛੜ ਗਿਆ, ਮੂਰਛਿਤ ਹੋ ਗਿਆ, ਉਦੋਂ ਰਾਮਚੰਦਰ ਜੀ ਵੀ ਆਪਣੇ ਅਥਰੂ ਨਹੀਂ ਰੋਕ ਸਕੇ, ਉਹ ਵੀ ਦੁਖੀ ਹੋਏ ਨੇ।
ਰੋਵੈ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ। ਰੋਵੇ ਦਹਿਸਰ ਲੰਕ ਗਵਾਈ, ਜਿਨ ਸੀਤਾ ਆਂਦੀ ਡੋਰੂ ਵਾਏ। ਕਹਿੰਦੇ ਨੇ ਰਾਵਣ ਵਰਗਾ ਉਦੋਂ ਰੋਂਦਾ ਹੈ, ਦੁਖੀ ਹੁੰਦਾ ਹੈ, ਪਿੱਟਦਾ ਹੈ ਜਦੋਂ ਉਹਦੀ ਲੰਕਾ ਗਵਾਚ ਜਾਂਦੀ ਹੈ। ਤੇ ਲੰਕਾ ਗਵਾਚਣ ਦਾ ਕਾਰਨ ਕਿ ਉਹ ਸੀਤਾ ਜੀ ਨੂੰ ਧੋਖੇ ਨਾਲ ਲੈ ਆਉਂਦਾ ਹੈ ਤੇ ਜਿੱਦ ਕਰਕੇ ਦਿੰਦਾ ਨਹੀਂ, ਜਿਸ ਤੋਂ ਵਿਨਾਸ਼ ਦਾ ਕਾਰਨ ਬਣਦਾ ਹੈ। ਫਿਰ ਅੱਗੇ ਕਹਿੰਦੇ ਰੋਵੇ ਪਾਂਡਵ ਭਏ ਮਜੂਰ, ਜਨ ਕੇ ਸੁਆਮੀ ਰਹਿਤ ਹਦੂਰ। ਕਹਿੰਦੇ ਪਾਂਡਵ ਪੰਜੇ ਜਦੋਂ ਕਿਸੇ ਰਾਜੇ ਦੇ, ਜਦੋਂ ਜੂਏ ਵਿੱਚ ਸਾਰਾ ਕੁਝ ਹਾਰ ਜਾਂਦੇ ਆ, ਰਾਜ ਮਹਿਲਾਂ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਕਿਸੇ ਰਾਜੇ ਦੀ ਗੁਲਾਮੀ ਕਰਦੇ, ਨੌਕਰੀ ਕਰਦੇ, ਉਦੋਂ ਉਹ ਵੀ ਰੋਂਦੇ ਆ, ਉਹ ਵੀ ਦੁਖੀ ਹੁੰਦੇ ਨੇ। ਬਲਕਿ ਉਹਨਾਂ ਦੇ ਸਿਰ ਦੇ ਸਾਈਂ ਸ੍ਰੀ ਕ੍ਰਿਸ਼ਨ ਜੀ ਵੀ ਮੌਜੂਦ ਸਨ, ਪਰ ਉਸ ਦੁੱਖ ਵਿੱਚੋਂ ਉਹਨਾਂ ਨੂੰ ਕੋਈ ਨਹੀਂ ਕੱਢ ਸਕਿਆ। ਰੋਵੇ ਪਾਂਡਵ ਭਏ ਮਜੂਰ, ਜਨ ਕੇ ਸੁਆਮੀ ਰਹਿਤ ਹਦੂਰ। ਫਿਰ ਅੱਗੇ ਕਹਿੰਦੇ ਰੋਵੇ ਸੇਖ ਮਸ਼ਾਇਕ ਪੀਰ, ਅੰਤ ਕਾਲ ਜਮ ਲਾਗੇ ਪੀੜ। ਕਹਿੰਦੇ ਨੇ ਸ਼ੇਖ ਪੀਰ ਜਿਹੜੇ ਧਰਮ ਦੇ ਰਾਹ ਤੇ ਤੁਰੇ ਨੇ, ਉਹ ਵੀ ਵਿਚਾਰੇ ਕਈ ਵਾਰੀ ਵੈਰਾਗ ਦੇ ਵਸ ਰੋਂਦੇ ਨੇ, ਕਿਤੇ ਅੰਤ ਸਮੇਂ ਕੋਈ ਐਸਾ ਕੰਮ ਨਾ ਹੋ ਜਾਏ, ਰੱਬ ਦੇ ਘਰ ਜਾਣ ਦੀ ਬਜਾਏ ਅਸੀਂ ਕਿਤੇ ਰੱਬ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿੱਚ ਨਾ ਪੈ ਜਾਈਏ, ਉਹ ਵੀ ਦੁਖੀ ਹੋਏ ਨੇ। ਫਿਰ ਅੱਗੇ ਕਹਿੰਦੇ ਨੇ ਰੋਵੇ ਕਿਰਪਨ ਸੰਚੈ ਧਨ ਜਾਏ, ਪੰਡਤ ਰੋਵੇ ਗਿਆਨ ਗਵਾਏ। ਕਹਿੰਦੇ ਨੇ ਕਿਰਪਨ ਬੰਦਾ, ਕੰਜੂਸ ਬੰਦਾ ਧਨ ਜੋੜਦਾ ਜੋੜਦਾ ਵੀ ਸੁਖੀ ਨਹੀਂ ਹੁੰਦਾ, ਰੋਂਦਾ ਹੈ, ਦੁਖੀ ਰਹਿੰਦਾ ਹੈ, ਕਿਤੇ ਮੇਰਾ ਜੋੜਿਆ ਧਨ ਨਾ ਚਲਿਆ ਜਾਏ। ਜਦੋਂ ਧਨ ਜੋੜਿਆ ਹੋਇਆ ਘਟਦਾ ਹੈ, ਉਦੋਂ ਦੁਖੀ ਹੁੰਦਾ ਹੈ। ਇੱਥੇ ਰੋਵੇ ਦਾ ਅਰਥ ਹੈ ਦੁਖੀ ਹੋਣਾ। ਤੇ ਪੰਡਤ ਦੇ ਜਦੋਂ ਗਿਆਨ ਘਟਦਾ ਹੈ, ਜਦੋਂ ਉਹਦੇ ਗਿਆਨ ਦੇ ਮੁਕਾਬਲੇ ਤੇ ਅਗਲਾ ਗਿਆਨੀ ਉਹਨੂੰ ਚਰਚਾ ਵਿੱਚ ਹਰਾਉਂਦਾ ਹੈ, ਉਹਦੇ ਹੰਕਾਰ ਨੂੰ ਸੱਟ ਵੱਜਦੀ ਹੈ, ਉਦੋਂ ਉਹ ਵੀ ਦੁਖੀ ਹੁੰਦਾ, ਉਹ ਵੀ ਰੋਂਦਾ ਹੈ। ਰੋਵੇ ਕਿਰਪਨ ਸੰਚੈ ਧਨ ਜਾਏ, ਪੰਡਤ ਰੋਵੇ ਗਿਆਨ ਗਵਾਏ। ਅੱਗੇ ਕਹਿੰਦੇ ਬਾਲੀ ਰੋਵੇ ਨਾਏ ਪਧਾਰ। ਇੱਕ ਜਵਾਨ ਬੱਚੀ ਦੁਖੀ ਹੈ ਕਿ ਵੇਲਾ ਟੱਪਦਾ ਜਾ ਰਿਹਾ, ਸਮਾਂ ਟੱਪਦਾ ਜਾ ਰਿਹਾ ਹੈ, ਉਹਨੂੰ ਪਤੀ ਦੀ ਲੋੜ ਹੈ ਤੇ ਉਹ ਇਸ ਕਰਕੇ ਦੁਖੀ ਹੈ। ਫਿਰ ਕਹਿੰਦੇ ਨੇ ਨਾਨਕ, ਇੱਥੇ ਵਿਸ਼ਰਾਮ ਲਾਉਣਾ ਹੈ ਜੀ, ਬੜੀ ਗਲਤੀ ਕਰਦੇ ਆਪਾਂ ਪੜ੍ਹਨ ਲੱਗੇ ਆ। ਇੱਥੇ ਜਦੋਂ ਸਿੱਧਾ ਪੜ੍ਹ ਦਿਆਂਗੇ ਨਾਨਕ ਦੁਖੀਆ ਸਭ ਸੰਸਾਰ, ਉੱਥੇ ਇਹ ਅਰਥ ਬਣ ਜਾਣਗੇ ਨਾਨਕ ਵੀ ਦੁਖੀ, ਨਾਨਕ ਤੇ ਕਦੀ ਦੁਖੀ ਹੋਇਆ ਹੀ ਨਹੀਂ। ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਾਹਮਣੇ ਅੱਖਾਂ ਦੇ ਆਪਣੇ ਪੁੱਤ ਬੇਰਾ ਬੇਰਾ ਹੋ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੁੰਦੇ ਨੇ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੁੰਦੇ ਨੇ, ਅੱਖਾਂ ਦੇ ਸਾਹਮਣੇ ਬਰਛੀਆਂ ਵੱਜ ਕੇ ਲੱਤ-ਪੱਤ ਖੂਨ ਦੇ ਨਾਲ ਪੂਰਾ ਕੱਟੇ ਜਾਂਦੇ ਨੇ, ਪਰ ਗੁਰੂ ਰੋਂਦਾ ਨਹੀਂ, ਗੁਰੂ ਜਕਾਰੇ ਛੱਡਦਾ ਹੈ। ਇੱਥੇ ਥੋੜਾ ਜਿਹਾ ਵਿਸ਼ਰਾਮ ਦੇ ਕੇ ਪੜਨਾ ਹੈ। ਕਹਿੰਦੇ ਬਾਲੀ ਰੋਵੇ ਨਾਏ ਪਧਾਰ, ਨਾਨਕ ਦੁਖੀਆ ਸਭ ਸੰਸਾਰ ਹੈ। ਨਾਨਕ ਸਾਰਾ ਸੰਸਾਰ ਹੀ ਦੁਖੀ ਹੈ, ਦੁੱਖ ਦੇ ਬੰਧਨਾਂ ਵਿੱਚ ਪਿਆ ਹੋਇਆ ਹੈ। ਇੱਥੇ ਪੜ੍ਹ ਕੇ ਛੱਡ ਦਿੰਦੇ ਆਪਾਂ, ਪਰ ਅਗਲੀਆਂ ਦੋ ਪੰਕਤੀਆਂ ਪੜ੍ਹੋ। ਦੁੱਖ ਸੁੱਖ ਨੂੰ ਕੌਣ ਜਿੱਤਦਾ ਹੈ? ਇਸ ਬਾਜੀ ਵਿੱਚੋਂ ਕੌਣ ਜ਼ਿੰਦਗੀ ਦੀ ਬਾਜੀ ਨੂੰ ਜਿੱਤਦਾ ਹੈ? ਕਹਿੰਦੇ ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ ਪਾਏ। ਕਹਿੰਦੇ ਵੱਡੇ ਵੱਡੇ ਅਵਤਾਰੀ ਪੁਰਸ਼, ਵੱਡੇ ਵੱਡੇ ਰਿਸ਼ੀ ਮੁਨੀ ਜਪੀ ਤਪੀ ਰੋਏ ਨੇ, ਦੁਖੀ ਹੋਏ ਨੇ, ਦੁੱਖ ਬੰਧਨ ਬਣ ਗਿਆ ਉਹਨਾਂ ਦੇ ਜੀਵਨ ਵਿੱਚ, ਪਰ ਜਿਨ੍ਹਾਂ ਪ੍ਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾ ਲਿਆ, ਇਹ ਦੁੱਖਾਂ ਸੁੱਖਾਂ ਦੇ ਬੰਧਨ ਵਿੱਚੋਂ ਪਾਰ ਨਿਕਲ ਕੇ ਜ਼ਿੰਦਗੀ ਦੀ ਬਾਜੀ ਜਿੱਤ ਜਾਂਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸੁਨੀ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੇ। ਵੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਤਤੀ ਤਵੀ ਤੇ ਬੈਠੇ ਨੇ ਮੇਰੇ ਸਰਕਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਉਹਨਾਂ ਦੇ ਉੱਤੇ ਕਹਿਰ ਢਾਇਆ ਜਾ ਰਿਹਾ ਹੈ। ਉਹਨਾਂ ਨੂੰ ਪਹਿਲਾਂ ਦੇਗ ਦੇ ਵਿੱਚ ਉਬਾਲਿਆ ਗਿਆ, ਉਹਨਾਂ ਨੂੰ ਤਤੀ ਤਵੀ ਤੇ ਬਿਠਾ ਕੇ ਉਹਨਾਂ ਦੇ ਸੀਸ ਦੇ ਉੱਤੇ ਗਰਮ ਰੇਤਾ ਪਾਈ ਗਈ। ਉੱਥੇ ਗੁਰਬਖੋ ਜੇਠ ਹਾੜ ਦਾ ਮਹੀਨਾ ਤੱਤਾ ਹੈ, ਇਹ ਤੱਤਾ ਮਹੀਨਾ ਹੈ, ਮੌਸਮ ਵੀ ਤੱਤਾ ਹੈ। ਉੱਥੇ ਜਹਾਂਗੀਰ ਵੀ ਤੱਤਾ ਹੈ, ਜਿਹਦੇ ਹੁਕਮ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਤੇ ਜ਼ੁਲਮ ਤੇ ਕਹਿਰ ਢਾਇਆ ਜਾ ਰਿਹਾ ਹੈ।
ਉੱਥੇ ਕਾਜੀ ਵੀ ਤੱਤਾ ਹੈ ਜਿਹਨੇ ਫਤਵਾ ਸੁਣਾਇਆ, ਉੱਥੇ ਚੰਦੂ ਵੀ ਤੱਤਾ ਹੈ ਜਿਹੜਾ ਭਰ ਪੜ ਕੇ ਕੜਛੇ ਅੱਜ ਇੱਕ ਪ੍ਰਕਾਰ ਦਾ ਬਦਲਾ ਲੈ ਰਿਹਾ ਹੈ, ਗੁਰੂ ਅਰਜਨ ਦੇਵ ਜੀ ਦੇ ਸਿਰ ਦੇ ਉੱਤੇ ਪਾ ਰਿਹਾ ਹੈ। ਉੱਥੇ ਅਹਿਮਦ ਸਰਹੰਦੀ ਵੀ ਤੱਤਾ ਹੈ ਜਿਹੜਾ ਬੜੇ ਚਿਰਾਂ ਤੋਂ ਚਾਲਾਂ ਚੱਲਦਾ ਆ ਰਿਹਾ ਸੀ ਵੀ ਇਸ ਅਰਜਨ ਨਾਮ ਦੇ, ਇਸ ਗੁਰੂ ਨਾਨਕ ਦੇ ਘਰ ਦੇ ਇਸ ਪੀਰ ਨੂੰ ਮੈਂ ਖਤਮ ਕਰਾਂ, ਜਿਹੜਾ ਇਸਲਾਮ ਦੇ ਵਾਧੇ ਵਿੱਚ ਬੜੀ ਵੱਡੀ ਰੁਕਾਵਟ ਬਣਿਆ ਹੋਇਆ, ਉਹ ਵੀ ਤੱਤਾ ਹੈ। ਤੇ ਪ੍ਰਿਥਵੀ ਚੰਦ ਵੀ ਤੱਤਾ ਹੈ। ਸਾਰੇ ਹੀ ਤੱਤੇ ਨੇ ਲਗਭਗ। ਇਹ ਲੋਹ ਵੀ ਤੱਤੀ ਹੈ ਤੇ ਲੋਹ ਨੂੰ ਤਪਾਉਣ ਵਾਲਾ ਵੀ ਤੱਤਾ ਹੈ। ਜੇ ਕੋਈ ਸ਼ੀਤਲ ਹੈ, ਜੇ ਕੋਈ ਠੰਡਾ ਠਾਰ ਹੈ, ਤੇ ਮਾਤਾ ਭਾਨੀ ਜੀ ਦਾ ਲਾਲ ਮੇਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਇੰਨਾ ਠੰਡਾ ਹੈ, ਇੰਨਾ ਸ਼ਾਂਤ ਹੈ ਵੀ ਉਹਨੇ ਤੱਤੀ ਤਵੀ ਨੂੰ ਵੀ ਠੰਡੀ ਠਾਰ ਕਰ ਦਿੱਤਾ। ਇੰਨਾ ਸ਼ੀਤਲ ਹੈ ਮੇਰਾ ਗੁਰੂ। ਹੁਣੇ ਵੀਰ ਦਿਲਬਾਗ ਸਿੰਘ ਜੀ ਆਪ ਜੀ ਨੂੰ ਸ਼ਬਦ ਸੁਣਾ ਕੇ ਗਏ ਨੇ, ਤਪਤ ਕੜਾਹਾ ਬੁਝ ਗਇਓ ਗੁਰੂ ਸ਼ੀਤਲ ਨਾਮ ਦਿਓ। ਵੀ ਤਪਦਾ ਹੋਇਆ ਹਿਰਦਾ, ਕਹਿੰਦੇ ਨੇ ਇਹ ਤਪਦਾ ਹੋਇਆ ਕੜਾਇਆ ਉਦੋਂ ਬੁਝ ਗਿਆ, ਅੰਦਰੋਂ ਵਿਸ਼ੇ ਵਿਕਾਰਾਂ ਦੀ, ਤ੍ਰਿਸ਼ਨਾ ਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਬੁਝ ਗਈ ਜਦੋਂ ਗੁਰੂ ਨੇ ਸ਼ੀਤਲਤਾ ਪ੍ਰਦਾਨ ਕਰਨ ਵਾਲਾ ਨਾਮ ਝੋਲੀ ਵਿੱਚ ਪਾ ਦਿੱਤਾ। ਨਾਮ ਦੀ ਵਰਖਾ ਹੋ ਗਈ, ਨਾਮ ਅੰਦਰ ਵਸ ਗਿਆ। ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਤੇ ਗੁਰੂ ਜੀ ਇੰਨੇ ਸ਼ੀਤਲ ਨੇ, ਇੰਨੇ ਠੰਡੇ ਨੇ ਵੀ ਚਾਰੇ ਪਾਸੇ ਅੱਗ ਵਰਦੀ ਪਈ ਹੈ, ਤੱਤੀ ਤਵੀ ਤੇ ਬੈਠੇ ਨੇ। ਪਰ ਅੱਜ ਮੈਂ ਜਦੋਂ ਵੇਖਦਾ ਵਾਂ ਨਾ, ਜਿਹੜੀਆਂ ਬੀਬੀਆਂ ਕਿੰਨੇ ਕਿੰਨੇ ਦਿਨ ਬਾਣੀ ਪੜ੍ਹਦੀਆਂ ਸੁਖਮਨੀ ਸਾਹਿਬ ਜੀ ਦੀ, ਉਹ ਵੀ ਤੱਤੀਆਂ ਹੋਈਆਂ ਵੇਖਦਾ ਵਾਂ ਮੈਂ। ਪ੍ਰਸ਼ਾਦ ਤੋਂ ਕਹਾ ਸੁਣੀ ਹੋ ਜਾਂਦੀ ਹੈ ਜਾਂ ਮੈਕਾਂ ਤੋਂ ਲੜਾਈ ਹੋ ਜਾਂਦੀ ਹੈ। ਤੁਸੀਂ ਉਸ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋ, ਜਿਹਨੂੰ ਤਪਾਉਣ ਵਾਲੇ, ਜਿਹਨੂੰ ਦੁੱਖ ਦੇਣ ਵਾਲੇ, ਕਸ਼ਟ ਦੇਣ ਵਾਲੇ ਤਾਂ ਹਾਰ ਗਏ, ਜਿਹੜਾ ਆਪ ਠੰਡਾ ਠਾਰ ਤੇ ਸ਼ੀਤਲ ਰਿਹਾ, ਜਿਹਨੂੰ ਕੋਈ ਦੁਖੀ ਨਹੀਂ ਕਰ ਸਕਿਆ। ਅੱਜ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਚਲੀਏ ਦੇ ਵਿੱਚ ਨਾਰਾਜ਼ ਹੋ ਕੇ ਇੱਕ ਦੂਜੇ ਤੋਂ ਜਾਂ ਕਲਪਦੇ ਹੋਏ ਘਰਾਂ ਨੂੰ ਜਾਂਦੇ ਆ। ਅਸੀਂ ਕੁਝ ਸਿੱਖਿਆ ਤੇ ਨਹੀਂ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ। ਸੋ ਬੀਬੀਓ ਮੇਰੀ ਗੱਲ ਨੂੰ ਮਾਫ ਕਰ ਦਿਓ ਜੇ, ਕਿਉਂਕਿ ਜੋ ਮੈਂ ਅੱਖਾਂ ਨਾਲ ਵੇਖਦਾ ਵਾਂ, ਜੋ ਸੁਧਾਰ ਆਉਣਾ ਚਾਹੀਦਾ ਸਾਡੇ ਜੀਵਨ ਵਿੱਚ, ਠੀਕ ਹੈ, ਬਹੁਤ ਚੰਗੀ ਗੱਲ। 40 ਦਿਨ ਆਪਾਂ ਨੇ ਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਪੜ੍ਹਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ। ਇਹ ਭਗਤਾਂ ਦੇ ਹਿਰਦੇ ਵਿੱਚ ਹੀ ਵਸੀ ਹੈ ਸੁੱਖਾਂ ਦੀ ਮਣੀ, ਸਾਡੇ ਹਿਰਦੇ ਵਿੱਚ ਕਿਉਂ ਨਹੀਂ ਵਸੀ? ਅਸੀਂ ਤੇ ਬੜੀ ਪੜ੍ਹੀ ਹੈ, ਅਸੀਂ ਤੇ ਬੜਾ ਯਾਦ ਕੀਤਾ, ਫਿਰ ਹਰ ਸਾਲ ਅਸੀਂ ਯਾਦ ਕਰਦੇ ਹਾਂ, ਹਰ ਸਾਲ ਅਸੀਂ ਪੜ੍ਹਦੇ ਹਾਂ, ਫਿਰ ਵੀ ਕਲਪਦੇ ਹੋਏ ਜਾਂਦੇ ਹਾਂ, ਫਿਰ ਵੀ ਨਾਰਾਜ਼ ਹੁੰਦੇ ਹੋਏ ਜਾਂਦੇ ਹਾਂ। ਕੁਝ ਤੇ ਗੁਰੂ ਦਾ ਗਿਆਨ, ਕੁਝ ਤੇ ਅੰਸ਼ ਆਪਾਂ ਆਪਣੇ ਹਿਰਦੇ ਵਿੱਚ ਵਸਾਈਏ, ਕੁਝ ਤੇ ਸ਼ੀਤਲਤਾ ਲੈ ਕੇ ਆਈਏ। ਸਾਡੇ ਬੋਲਾਂ ਵਿੱਚ ਕੁਝ ਮਿਠਾਸ ਹੋਵੇ। ਕੋਈ ਗੱਲ ਨਹੀਂ ਜੇ ਅੱਜ ਮੈਨੂੰ ਮੈਕ ਨਹੀਂ ਮਿਲਿਆ, ਮੇਰੇ ਕੰਨਾਂ ਦੇ ਵਿੱਚ ਬਾਣੀ ਪੈ ਗਈ, ਇੰਨਾ ਹੀ ਬਹੁਤ ਹੈ, ਮੈਂ ਬਹਿ ਕੇ ਸੁਣ ਲਵਾਂਗੀ। ਕੋਈ ਗੱਲ ਨਹੀਂ ਜੀ ਅੱਜ ਮੈਨੂੰ ਬਾਣੀ ਪੜ੍ਹਨ ਦੀ ਵਾਰੀ ਨਹੀਂ ਮਿਲੀ, ਸੁਣਨਾ ਵੀ ਤੇ ਇੱਕ ਬੜੀ ਵੱਡੀ ਮਹਾਨਤਾ ਹੈ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣੇ ਪੋਏ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁੱਖ ਪਾਪ ਕਾ ਨਾਸ, ਮੇਰੇ ਪਾਪ ਕੱਟੇ ਜਾਣਗੇ, ਮੇਰੇ ਦੁੱਖ ਕੱਟੇ ਜਾਣਗੇ। ਜੇ ਮੈਨੂੰ ਪੜਨ ਦੀ ਵਾਰੀ ਨਹੀਂ ਮਿਲੀ, ਮੈਨੂੰ ਸੁਣਨ ਦੀ ਵਾਰੀ ਤੇ ਮਿਲੀ ਆ ਨਾ, ਸੱਚ ਜਾਣਿਓ ਪੜਨ ਦੇ ਨਾਲੋਂ ਸੁਣਨਾ ਬੜਾ ਔਖਾ ਜੇ। ਹਰ ਇੱਕ ਬੰਦਾ ਚਾਹੁੰਦਾ ਮੈਂ ਕੁਝ ਨਾ ਕੁਝ ਮੈਕ ਤੇ ਬੋਲ ਜਾਵਾਂ, ਕੁਝ ਨਾ ਕੁਝ ਸੁਣਾਵਾਂ, ਪਰ ਸੁਣਾ ਨਾ। ਇੱਥੋਂ ਅਸੀਂ ਧਰਮ ਦੇ ਮਾਮਲੇ 'ਚ ਫੇਲ ਹੋ ਜਾਂਦੇ ਹਾਂ। ਸੋ ਥੋੜੇ ਬਹੁਤ ਗੁਣ ਤੇ ਆਪਣੇ ਜੀਵਨ ਵਿੱਚ ਲੈ ਕੇ ਆਈਏ, ਸਹਿਨਸ਼ੀਲਤਾ ਲੈ ਕੇ ਆਈਏ, ਥੋੜੀ ਜੀ ਮਿਠਾਸ ਅੰਦਰ ਲੈ ਕੇ ਆਈਏ, ਥੋੜਾ ਜਿਹਾ ਜਰਨਾ ਸਿੱਖੀਏ ਆਪਣੇ ਜੀਵਨ ਦੇ ਵਿੱਚ। 40 ਦਿਨਾਂ ਦੇ ਵਿੱਚ ਕੁਝ ਨਾ ਕੁਝ ਤੇ ਆਪਾਂ ਸਿੱਖੀਏ ਨਾ। ਏਡੇ ਮਹਾਨ ਗੁਰੂ ਦਾ, ਸ਼ਾਂਤੀ ਦੇ ਪੁੰਜ ਦਾ, ਨਿਮਰਤਾ ਦੇ ਪੁੰਜ ਦਾ, ਸ਼ੀਤਲਤਾ ਦੇ ਪੁੰਜ ਦਾ ਤੁਸੀਂ ਪੁਰਬ ਮਨਾਉਂਦੇ ਹੋ,
ਫਿਰ ਵੀ ਹਿਰਦੇ ਵਿੱਚ ਸਹਿਜ ਨਹੀਂ ਆਇਆ। ਇੱਥੇ ਤੇ ਬਾਬਾ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਢੁਕਦਾ ਹੈ, ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪੁਰਾਨਾ ਸੁਣੀਏ, ਬੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਪੜਨ ਸੁਣਨ ਚਲੀਏ ਦੇ ਵਿੱਚ ਹਾਜ਼ਰੀ ਭਰਨ ਦਾ ਭਾਵ ਸੀ ਮੇਰੇ ਅੰਦਰ ਸਹਿਜ ਆ ਜਾਂਦਾ, ਮੇਰੇ ਅੰਦਰ ਅਡੋਲਤਾ ਆ ਜਾਂਦੀ। ਮੈਂ ਪ੍ਰਸ਼ਾਦ ਵਰਤਾਉਣ ਲੱਗਿਆ ਜਾਂ ਲੈਣ ਲੱਗਿਆ ਕੋਈ ਹੋਛਾਪਣ ਨਾ ਕਰਦਾ, ਮੇਰੇ ਅੰਦਰ ਸਹਿਜਤਾ ਆ ਜਾਂਦੀ। ਪਰ ਨਹੀਂ, ਰੋਜ਼ ਮੈਨੂੰ ਸ਼ਿਕਾਇਤ ਕਰਦੇ ਸਨ ਸੇਵਾਦਾਰ, ਭਾਈ ਸਾਹਿਬ ਜੀ ਤੁਸੀਂ ਆ ਕੇ ਪ੍ਰਸ਼ਾਦ ਵਰਤਨ ਵੇਲੇ ਵੇਖਿਆ ਕਰੋ ਕੀ ਹੁੰਦਾ ਹੈ। ਨਹੀਂ, ਇਹ ਸਭ ਚੀਜ਼ਾਂ ਸਾਡੇ ਜੀਵਨ ਵਿੱਚ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਬੜੀ ਸਹਿਜਤਾ, ਬੜਾ ਪ੍ਰੇਮ, ਬੜਾ ਟਿਕਾਊ ਸਾਡੇ ਜੀਵਨ ਵਿੱਚ ਹੋਣ। ਤੱਤੀ ਤਵੀ ਤੇ ਬਹਿ ਕੇ ਵੀ ਇੰਨੀ ਸਹਿਜਤਾ, ਇੰਨਾ ਟਿਕਾ ਗੁਰੂ ਅਰਜਨ ਦੇਵ ਜੀ ਦੇ ਅੰਦਰ। ਹੈਰਾਨ ਹੋ ਜਾਈਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਹੀਦੀ ਦਿਹਾੜੇ ਨੂੰ ਪੜ੍ਹ ਸੁਣ ਕੇ ਵਿਚਾਰ ਕਰਕੇ। ਕਿਉਂਕਿ ਪੜ੍ਹਨ ਸੁਣਨ ਤੇ ਵਿਚਾਰਨ ਦਾ ਭਾਵ ਇਹੀ ਹੈ ਕਿ ਕੁਝ ਗੁਣ ਸਾਡੇ ਜੀਵਨ ਵਿੱਚ ਆ ਜਾਣ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਨ, ਇਹਨਾਂ ਨੂੰ ਆਪਾਂ ਪੁੱਤਰ ਬਣ ਕੇ ਸਪੁੱਤਰ ਬਣ ਕੇ ਗਾਉਣਾ ਹੈ, ਪੜ੍ਹਨਾ ਹੈ, ਵਿਚਾਰਨਾ ਹੈ, ਪਰ ਇਹਨਾਂ ਨੂੰ ਮੰਨਣਾ ਵੀ ਹੈ, ਜੀਵਨ ਵਿੱਚ ਲੈ ਕੇ ਵੀ ਆਉਣਾ ਹੈ। ਸੋ ਗੁਰੂ ਪਾਤਸ਼ਾਹ ਜੀ ਨੂੰ ਬੜੇ ਕਸ਼ਟ ਦਿੱਤੇ ਗਏ, ਬੜਾ ਕਹਿਰ ਢਾਇਆ ਗਿਆ, ਤਸ਼ੀਏ ਦਿੱਤੇ ਗਏ। ਗੁਰੂ ਮਹਾਰਾਜ ਜੀ ਨੂੰ ਡਲਾਉਣ ਦਾ ਯਤਨ ਕੀਤਾ ਗਿਆ, ਪਰ ਸਤਿਗੁਰ ਜੀ ਇੰਨੇ ਠੰਡੇ, ਇੰਨੇ ਸ਼ੀਤਲ, ਇੰਨੇ ਪਾਵਨ, ਜ਼ਾਲਮ ਹਾਰ ਗਿਆ, ਗੁਰੂ ਨੂੰ ਡੁਲਾ ਨਾ ਸਕਿਆ, ਗੁਰੂ ਤੋਂ ਈਣ ਨਾ ਮਨਵਾ ਸਕਿਆ। ਗੁਰੂ ਪਾਤਸ਼ਾਹ ਜੀ ਦੀ ਜਿੱਤ ਹੁੰਦੀ ਹੈ। ਉਹਨਾਂ ਦਾ ਇਹ ਖਿਆਲ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਸੀਂ ਸ਼ਹੀਦ ਕਰ ਦਿਆਂਗੇ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਉੱਠਣ ਵਾਲੀ ਜਿਹੜੀ ਆਵਾਜ਼ ਹੈ ਸੱਚ ਦੀ, ਉਹਦਾ ਭੋਗ ਪੈ ਜਾਏਗਾ। ਇਸ ਘਰ ਦੇ ਵਿੱਚ ਹੁਣ ਕੋਈ ਸੱਚ ਦੀ ਗੱਲ ਨਹੀਂ ਕਰੇਗਾ। ਜੋ ਹਕੂਮਤ, ਜੋ ਪਰਜਾ ਉੱਤੇ ਜ਼ੁਲਮ ਢਾ ਰਹੀ ਹੈ, ਇਸ ਘਰ ਦੇ ਵਿੱਚ ਹੁਣ ਰਾਜੇ ਸ਼ੀ ਮੁਕੱਦਮ ਕੁੱਤੇ ਨਹੀਂ ਕੋਈ ਆਖੇਗਾ। ਇਸ ਘਰ ਦੇ ਵਿੱਚ ਹੁਣ ਵਰਨ ਵੰਡ, ਜਾਤ ਪਾਤ, ਕਰਮ ਕਾਂਡਾਂ ਦੇ ਖਿਲਾਫ ਕੋਈ ਨਹੀਂ ਬੋਲੇਗਾ। ਇਹ ਸੀ ਉਹਨਾਂ ਦੀ ਮਨਸ਼ਾ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਹਾਂਗੀਰ ਨੂੰ ਮੁਖਾਤਿਬ ਹੋ ਕੇ ਆਖਿਆ ਸੀ, ਮੇਰੀ ਸਦਾ ਕੋ ਦਬਾਨਾ ਤੋਂ ਮਮਕਨ ਹੈ, ਪਰ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ। ਫਸ਼ੀਲੋ ਆਹਤ ਬਹੁਤ ਬੁਲੰਦ ਸਹੀ, ਪਰ ਹयात की ललकार को कौन रोकेगा। कहन लगे जहांगीर अज तू मेरी आवाज नू कुछ समा बंद कर सकदा है, पर सदीवी तौर ते इनू बंद नहीं कर सकता। मेरी सदा को दबाना तो मुमकिन है, पर वक्त की रफ्तार को कौन रोकेगा। पर समा अपनी चाले चलदा जा रहा। किन्ना चिर गुरु नानक दे घर दे विचों निकलण वाली सच दी आवाज नू तू ताला लाएगा। तू सोच रहा है भी गुरु अर्जन नू खत्म करके तू सच दा भोग पा देगा। कहन लगे नहीं। आतशो फसीलो बहुत बुलंद सही, तेरियां बड़ियां उचियां कंधां ने, किलियां दा तू मालक है, तेरे को सिक्का गोली बारूद है, सिपाहियां दी ताकत है, बहुत मान है तेनू अपने उत्ते। आतशो फसीलो बहुत बुलंद सही, मगर हयात की ललकार को कौन रोकेगा। तेरिया इन्हां किलियां दे बराबर मैं किले बनाउण वाला अगे जिम्मेवारी ला आया। अकाल तख्त साहिब दी रचना करन वाला मैं ला आया। तेरे इन्हां शस्त्रां नूं खुंडियां करन वाला, मीरी पीरी दी किरपान पहनाउण वाला मैं आगू अपना गुरु हरगोबिंद मैं गद्दी ते बिठा आया। मगर हयात की ललकार को कौन रोकेगा। मेरे ख्यालों की परवाज को रोकने वाले हर गोबिंद की तलवार को कौन रोकेगा। मेरे ख्यालों नूं कुछ चिर वास्ते तू रोक सकदा है, तेरे कोल ताकत है, पर इन्हां ख्यालों नूं हुण वेखी हर गोबिंद की तलवार किवें जिउंदा रखदी है। हुण तेरी तलवार दा मुकाबला हर गोबिंद की तलवार करेगी। वाकई गुरु हरगोबिंद महाराज जी ने मुकाबला किया, क्योंकि सच नूं कोई दबा नहीं सकता, सच नूं
ਕੁਚਲਣ ਦਾ, ਸੱਚ ਨੂੰ ਥੋੜਾ ਜਿਹਾ ਦਬਾਉਣ ਦੀ ਜ਼ਾਲਮ ਕੋਸ਼ਿਸ਼ ਕਰਦੇ ਰਹੇ ਨੇ, ਸੱਚ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ, ਪਰ ਸੱਚ ਨੂੰ ਕੋਈ ਖਤਮ ਨਹੀਂ ਕਰ ਸਕਿਆ। ਜਦੋਂ ਸੱਚ ਖਤਮ ਹੋ ਗਿਆ ਨਾ, ਸੰਸਾਰ ਖਤਮ ਹੋ ਜਾਏਗਾ। ਸੱਚ ਜਿਉਂਦਾ ਰਹਿੰਦਾ। ਝੂਠਿਆਂ ਦੀ ਹਾਰ ਹੁੰਦੀ ਹੈ, ਤੇ ਉਹ ਝੂਠਿਆਂ ਦੀ ਵਾਕਈ ਹਾਰ ਹੋਈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਜ਼ਾਲਮਾਂ ਦੇ ਈਣ ਨਹੀਂ ਮੰਨੀ, ਆਪਣੇ ਆਪ ਨੂੰ ਉਹਨਾਂ ਨੇ ਸੱਚ ਤੋਂ ਕੁਰਬਾਨ ਕਰਵਾ ਲਿਆ। ਐਸੇ ਮਹਾਨ ਸਤਿਗੁਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ। ਉਸ ਗੁਰੂ ਨੂੰ ਅਨੇਕਾਂ ਦੁੱਖ ਦਿੱਤੇ ਗਏ, ਅਨੇਕਾਂ ਤਸੀਹੇ ਉਹਦੇ ਉੱਤੇ ਢਾਏ ਗਏ, ਤੇ ਉਹ ਗੁਰੂ ਅਡੋਲ ਰਿਹਾ। ਦੁੱਖ ਸੁੱਖ ਵਿੱਚੋਂ ਉੱਪਰ ਉੱਠੀ ਹੋਈ ਉਹ ਪਰਮ ਆਤਮਾ ਸੀ, ਪ੍ਰਤੱਖ ਹਰ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ। ਸੋ ਐਸੇ ਗੁਰੂ ਦੇ ਪੁਰਬ ਆਪਾਂ ਮਨਾਉਂਦੇ ਹਾਂ, ਤੇ ਆਪਾਂ ਨੂੰ ਥੋੜਾ ਜਿਹਾ ਉਹਨਾਂ ਦੇ ਨਕਸ਼ੇ ਕਦਮ ਤੇ ਤੁਰਨਾ ਚਾਹੀਦਾ ਹੈ। ਥੋੜੀ ਜਿਹੀ ਸ਼ਾਂਤੀ, ਥੋੜਾ ਜਿਹਾ ਟਿਕਾ, ਛੋਟੀ ਦੀ ਸਹਿਣਸ਼ੀਲਤਾ, ਇਹ ਗੁਣ ਆਪਣੇ ਜੀਵਨ ਵਿੱਚ ਲੈ ਕੇ ਆਉਣੇ ਚਾਹੀਦੇ ਨੇ, ਤਾਂ ਹੀ ਗੁਰੂ ਅਰਜਨ ਦੇਵ ਜੀ ਸਾਡੇ ਉੱਤੇ ਖੁਸ਼ ਹੋਣਗੇ। ਸੋ ਮੈਂ ਆਪਣੇ ਵਿਸ਼ੇ ਵੱਲ ਆਵਾਂ ਜੀ। ਦੁੱਖ ਸੁੱਖ ਕਰਤੇ ਧੁਰ ਲਿਖ ਪਾਇਆ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਹਰ ਇੱਕ ਇਨਸਾਨ ਦੇ ਅੰਦਰ ਦੁੱਖ ਵੀ ਪਾਇਆ ਤੇ ਸੁੱਖ ਵੀ ਪਾਇਆ। ਇਸ ਬੰਦੇ ਨੂੰ ਦੁੱਖਾਂ ਸੁੱਖਾਂ ਦੇ ਵਿੱਚੋਂ ਦੀ ਲੰਘਣਾ ਪੈਣਾ ਹੈ। ਹੁਣ ਆਮ ਬੰਦੇ ਦੇ ਜੀਵਨ ਵਿੱਚ ਜਦੋਂ ਦੁੱਖ ਆਉਂਦਾ ਹੈ, ਬੰਦਾ ਕਹਿੰਦਾ ਰੱਬ ਪਤਾ ਨਹੀਂ ਕਿਹੜੇ ਜਨਮਾਂ ਦਾ ਵੈਰ ਮੇਰੇ ਨਾਲ ਕੱਢਦਾ ਪਿਆ ਹੈ, ਮੇਰੇ ਜੀਵਨ ਵਿੱਚ ਦੁੱਖ। ਤੁਸੀਂ ਹੈਰਾਨ ਹੋਵੋਗੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਵਿੱਚ ਜਿੰਨੇ ਦੁੱਖ ਆਏ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਜਿੰਨੇ ਦੁੱਖ ਆਏ ਨੇ, ਇੱਕ ਇੱਕ ਘੜੀ ਭਿਆਨਕ ਦੁੱਖਾਂ ਦੇ ਵਿੱਚੋਂ ਉਹਨਾਂ ਨੇ ਗੁਜ਼ਾਰੀ ਹੈ। ਤੇ ਆਪਾਂ ਥੋੜੀ ਜੀ ਬਾਣੀ ਪੜ੍ਹ ਕੇ, ਥੋੜਾ ਜਿਹਾ ਪਾਠ ਪੂਜਾ ਕਰਕੇ, ਜੇ ਦੁੱਖ ਆ ਗਿਆ ਤੇ ਗੁਰੂ ਨੂੰ ਗਿਲੇ ਸ਼ਿਕਵੇ ਕਰਦੇ ਆ, ਤੇ ਧਾਰਮਿਕ ਪੁਰਸ਼ ਗੁਰੂ ਸਾਹਿਬਾਨਾਂ ਨੂੰ ਤਾਂ ਵੀ ਦੁੱਖ ਆਇਆ ਹੈ, ਉਹਨਾਂ ਕਿਉਂ ਨਹੀਂ ਗਿਲਾ ਸ਼ਿਕਵਾ ਕੀਤਾ? ਕਿਉਂਕਿ ਦੁੱਖ ਸੁੱਖ ਇਸ ਵਹਿਣ ਦੇ ਵਿੱਚੋਂ ਹਰ ਇੱਕ ਇਨਸਾਨ ਨੂੰ ਗੁਜ਼ਰਨਾ ਪਿਆ ਹੈ। ਪੀਰਾਂ ਫਕੀਰਾਂ ਨੂੰ ਵੀ ਗੁਜ਼ਰਨਾ ਪਿਆ ਹੈ, ਪਰ ਉਹਨਾਂ ਦੇ ਜੀਵਨ ਯਾਪਨ ਕਰਨ, ਉਹਨਾਂ ਦੇ ਇਹਦੇ ਵਿੱਚੋਂ ਦੀ ਲੰਘਣ ਤੇ ਸਾਡੇ ਇਹਦੇ ਵਿੱਚੋਂ ਦੀ ਲੰਘਣ ਦਾ ਫਰਕ ਹੈ। ਉਹ ਕਲਪੇ ਨਹੀਂ, ਉਹ ਦੁਖੀ ਨਹੀਂ ਹੋਏ, ਉਹਨਾਂ ਨੇ ਗਿਲਾ ਸ਼ਿਕਵਾ ਨਹੀਂ ਕੀਤਾ, ਪਰ ਅਸੀਂ ਕਰ ਜਾਂਦੇ ਹਾਂ। ਕਿਉਂਕਿ ਦੁੱਖ ਸੁੱਖ ਇਹਨਾਂ ਬੰਧਨਾਂ ਨੂੰ ਉਹਨਾਂ ਨੇ ਆਪਣੇ ਜੀਵਨ ਵਿੱਚੋਂ ਕੱਢ ਦਿੱਤਾ ਸੀ। ਯਾਦ ਰੱਖਿਓ, ਧਰਮ ਕਮਾਉਣ ਵਾਲੇ ਨੂੰ ਵੀ ਦੁੱਖ ਵਿੱਚੋਂ ਲੰਘਣਾ ਪਵੇਗਾ। ਕਿ ਮੈਂ ਬਾਣੀ ਪੜ੍ਹ ਰਿਹਾ, ਮੈਨੂੰ ਦੁੱਖ ਨਹੀਂ ਆਉਣਾ, ਇਹ ਗਲਤ ਵਿਚਾਰ ਹੈ ਬੰਦੇ ਦੇ। ਦੁੱਖ ਵਿੱਚੋਂ ਲੰਘਣਾ ਪਏਗਾ। ਤਤੀ ਤਵੀ ਤੇ ਉਹ ਗੁਰੂ ਬੈਠਾ ਜਿਹਦਾ ਅੱਧਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ, ਜਿਹਦੇ ਸ਼ਬਦ ਉਚਾਰਨ ਹੋਏ ਨੇ। ਬਾਣੀ ਦਾ ਬੋਝਤਾ ਜਿਹਨੂੰ ਆਖਿਆ ਗਿਆ, ਅਸੀਂ ਕਿਹਦੇ ਵਿਚਾਰੇ ਹਾਂ? ਪਰ ਉਹਦੇ ਵਰਗੀ ਅਡੋਲਤਾ ਬਾਣੀ ਨੂੰ ਕਮਾ ਕੇ ਸਾਡੇ ਜੀਵਨ ਵਿੱਚ ਬਣ ਸਕਦੀ ਹੈ। ਤੇ ਕਹਿੰਦੇ ਨੇ ਦੁੱਖ ਸੁੱਖ ਕਰਤੇ ਧੁਰ ਲਿਖ ਪਾਇਆ, ਦੂਜਾ ਭਾਉ ਆਪ ਵਰਤਾਇਆ। ਆ ਜੋ ਮਾਇਆ ਜਿਹਦੇ ਵਿੱਚ ਅਸੀਂ ਖਚਤ ਹੁੰਨੇ ਆ, ਦੂਜਾ ਭਾਉ ਪ੍ਰੇਮ ਮਾਇਆ ਮਮਤਾ, ਇਹ ਸਾਡੇ ਅੰਦਰ ਜਨਮ ਲੈਂਦੀ ਏ, ਇਹ ਵੀ ਮਾਲਕ ਦੇ ਹੁਕਮ ਦੇ ਵਿੱਚ ਹੀ ਹੈ। ਮਾਇਆ ਕੀ ਹੈ? ਸੰਸਾਰ। ਜੇ ਸੰਸਾਰ ਨਾ ਪੈਦਾ ਕਰੇ ਤੇ ਸਾਡੀਆਂ ਲੋੜਾਂ ਸੰਸਾਰ ਦੇ ਵਿੱਚੋਂ ਪੂਰੀਆਂ ਕਿੱਥੋਂ ਹੋਣ? ਪਰ ਮਾਇਆ ਦਾ ਪ੍ਰਭਾਵ, ਦੁੱਖਾਂ ਸੁੱਖਾਂ ਦਾ ਪ੍ਰਭਾਵ ਸਾਡੇ ਉੱਤੇ ਨਾ ਪਵੇ, ਇਹਦੇ ਮੋਹ ਵਿੱਚ ਨਾ ਖਚਤ ਹੋਈਏ। ਅੱਗੇ ਗੁਰੂ ਜੀ ਨੇ ਉਹਦੇ ਵਾਸਤੇ ਸਾਨੂੰ ਉਪਾਅ ਦੱਸਿਆ, ਗੁਰਮੁਖ ਹੋਵੇ ਸੋ ਅਲਿਪਤੋ ਵਰਤੈ, ਮਨਮੁਖ ਕਾ ਕਿਆ ਵੇ ਸਹਾਇ। ਪਰ ਜਿਹਦਾ ਗੁਰੂ ਵੱਲ ਮੁਖ ਹੈ, ਉਹ ਦੁੱਖਾਂ ਵੱਲੋਂ ਸੁੱਖਾਂ ਵੱਲੋਂ, ਉਹ ਖੁਸ਼ੀ ਗਮੀ ਵੱਲੋਂ ਤੇ ਮਾਇਆ ਦੇ ਪ੍ਰਭਾਵ ਵਿੱਚੋਂ ਨਿਰਲੇਪ ਰਹਿੰਦਾ। ਐਵੇਂ ਨਿਰਲੇਪ ਰਹਿੰਦਾ ਹੈ ਜਿਵੇਂ ਜਲ ਦੇ ਵਿੱਚ ਕੰਬਲ ਨਿਰਲੇਪ ਰਹਿੰਦਾ। ਦੁੱਖ ਸੁੱਖ ਦੇ ਚਿੱਕੜ ਵਿੱਚ ਉਹਨੂੰ ਰਹਿਣਾ ਪੈਂਦਾ ਹੈ, ਮਾਇਆ ਮੋਹ ਮਮਤਾ ਦੇ ਵਿੱਚ ਉਹਨੂੰ ਵਿਚਰਨਾ ਪੈਂਦਾ ਹੈ, ਪਰ ਉਹ ਨਿਰਲੇਪ ਹੈ। ਜਿਵੇਂ ਕਮਲ ਚਿੱਕੜ ਦੇ ਵਿੱਚ ਉੱਗਿਆ ਪਰ ਜਲ ਅਤੇ ਚਿੱਕੜ ਤੋਂ ਨਿਰਲੇਪ ਹੈ, ਇਵੇਂ ਉਹ ਨਿਰਲੇਪ ਹੈ। ਕਿਉਂ? ਕਿਉਂਕਿ ਗੁਰੂ ਦਾ ਗਿਆਨ, ਗੁਰੂ ਦੀ ਮੱਤ ਉਹਦੇ ਕੋਲ ਹੈ। ਗੁਰਮੁਖ ਹੋਵੇ ਸੋ ਅਲਿਪਤੋ ਵਰਤੈ, ਉਹ ਲਿਪਤ ਨਹੀਂ ਹੋਇਆ, ਉਹ ਲਿਬੜਿਆ ਨਹੀਂ ਉਹਦੇ ਵਿੱਚ। ਪਰ ਕਹਿੰਦੇ ਮਨਮੁਖ ਕਾ ਕਿਆ ਵੇ ਸਾਹ, ਮਨਮੁਖ ਦਾ ਕੋਈ ਵੀ ਭਰੋਸਾ ਨਹੀਂ ਕਿਹਾ ਦਿੱਤਾ ਜਾ ਸਕਦਾ, ਉਹਦੇ ਬਾਰੇ ਕੁਝ ਨਹੀਂ ਕਿਹਾ ਸਕਦਾ, ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਵੀ ਉਹ ਦੁੱਖ ਸੁੱਖ ਦੇ ਬੰਧਨਾਂ ਦੇ ਵਿੱਚੋਂ
ਨਿਕਲ ਜਾਏਗਾ ਜਾਂ ਮਾਇਆ ਮੋਹ ਦੇ ਬੰਧਨਾਂ ਵਿੱਚੋਂ ਆਜ਼ਾਦ ਹੋ ਜਾਏਗਾ। ਉਹਦੇ ਬਾਰੇ ਕੁਝ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਉਹ ਹੈ ਹੀ ਮਨਮੁਖ। ਉਹ ਤੇ ਦੁੱਖ ਸੁੱਖ ਵਿੱਚੋਂ, ਇਹਨਾਂ ਬੰਧਨਾਂ ਵਿੱਚੋਂ ਨਿਕਲੇਗਾ। ਉਹਨੂੰ ਤੇ ਭੋਗਣੇ ਪੈਣਗੇ, ਉਹ ਤੇ ਕਲਪੇਗਾ, ਉਹ ਤੇ ਦੁਖੀ ਹੋਵੇਗਾ, ਕਿਉਂਕਿ ਉਹ ਮਨਮੁਖ ਹੈ। ਫਿਰ ਅੱਗੇ ਕਹਿੰਦੇ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ। ਮਨਮੁਖ ਕੌਣ ਹੈ? ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚੋਂ ਦੱਸੇ ਹੋਏ ਉਪਦੇਸ਼ ਨਾਲ ਸਾਂਝ ਨਹੀਂ ਬਣਾਉਂਦਾ। ਮਾਫ ਕਰਨਾ, ਮਨਮੁਖ ਮੇਰੇ ਵਰਗਾ ਬਾਣੀ ਪੜਨ ਵਾਲਾ ਵੀ ਹੋ ਸਕਦਾ ਹੈ, ਮੇਰੇ ਵਰਗਾ ਸੁਖਮਨੀ ਸਾਹਿਬ ਪੜਨ ਵਾਲਾ ਵੀ ਹੋ ਸਕਦਾ ਹੈ। ਜਿਨਨੇ ਅੱਜ ਤੱਕ ਸੁਖਮਨੀ ਸਾਹਿਬ ਪੜ ਕੇ ਇਹ ਪੰਕਤੀਆਂ ਨਹੀਂ ਕਮਾਈਆਂ ਵੀ ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਨਿੰਦਿਆ ਕਰੀ ਵੀ ਜਾਂਦਾ ਤੇ ਸੁਣੀ ਵੀ ਜਾਂਦਾ, ਉਹ ਮਨਮੁਖ ਹੈ। ਉਹ ਕੌਣ ਹੈ ਜੀ? ਉਹ ਮਨਮੁਖ ਹੈ। ਜਿਨੇ ਅੱਜ ਤੱਕ ਸੁਖਮਨੀ ਸਾਹਿਬ ਪੜ ਸੁਣ ਕੇ ਇਹ ਪੰਕਤੀਆਂ ਨਹੀਂ ਕਮਾਈਆਂ, ਪਰ ਤ੍ਰਿਯ ਰੂਪ ਨਾ ਪੇਖੇ ਨੇਤਰ, ਇਹਨਾਂ ਨੇਤਰਾਂ ਦੇ ਨਾਲ ਪਰਾਈ ਇਸਤਰੀ ਪਰਾਏ ਮਰਦ ਇਹਨੂੰ ਤੱਕਦਾ, ਮਲੀਨਤਾ ਅੰਦਰ ਰੱਖਦਾ, ਉਹ ਅਜੇ ਵੀ ਮਨਮੁਖ ਹੈ। ਮੈਂ ਨਹੀਂ ਕਹਿ ਰਿਹਾ, ਮੇਰਾ ਗੁਰੂ ਕਹਿ ਰਿਹਾ, ਕਿਉਂਕਿ ਗੁਰੂ ਜੀ ਨੇ ਨਿਸ਼ਾਨੀ ਦੱਸ ਦਿੱਤੀ ਮਨਮੁਖ ਦੀ। ਸੇ ਮਨਮੁਖ ਜੋ ਸ਼ਬਦ ਨਾ ਪਛਾਣੇ, ਜਿਹੜਾ ਸ਼ਬਦ ਨੂੰ ਪੜ੍ਹ ਕੇ ਉਹਦੇ ਵਿਚਲਾ ਗਿਆਨ, ਉਹਦੇ ਵਿਚਲੀ ਸਿੱਖਿਆ ਨੂੰ ਨਹੀਂ ਕਮਾਉਂਦਾ, ਉਹ ਮਨਮੁਖ ਹੈ। ਉਹ ਮੇਰੇ ਵਰਗਾ ਕੀਰਤਨ ਕਰਨ ਵਾਲਾ ਵੀ ਹੋ ਸਕਦਾ ਹੈ, ਕਥਾ ਕਰਨ ਵਾਲਾ ਵੀ ਹੋ ਸਕਦਾ ਹੈ, ਉਹ ਪਾਠ ਪੂਜਾ ਕਰਨ ਵਾਲਾ ਵੀ ਹੋ ਸਕਦਾ ਹੈ। ਅਰਦਾਸ ਕਰਿਆ ਕਰੀਏ, ਸਤਿਗੁਰ ਜੀ ਕਿਨਕਾ ਏਕ ਜਿਸ ਜੀ ਵਸਾਵੈ। ਤੁਸੀਂ ਤੇ ਕਹਿੰਦੇ ਹੋ ਕਿਨਕਾ ਜਿਹਦੇ ਹਿਰਦੇ ਵਿੱਚ ਵਸ ਜਾਂਦਾ ਹੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਮੈਨੂੰ ਜ਼ਿਆਦਾ ਕੁਝ ਨਹੀਂ, ਕਿਨਕਾ ਮਾਤਰੀ ਮੇਰੇ ਹਿਰਦੇ ਵਿੱਚ ਵਸਾ ਦਿਓ। ਤੁਰਨਾ ਆਪਾਂ ਨੂੰ ਸ਼ੁਰੂ ਕਰਨਾ ਪਵੇਗਾ। ਪਹਿਰੇਦਾਰੀ ਆਪਣੇ ਮਨ ਦੀ ਆਪਾਂ ਨੂੰ ਕਰਨੀ ਪਵੇਗੀ ਕਿ ਮੈਂ ਤੇ ਅੱਜ ਗੁਰੂ ਦੀ ਬਾਣੀ ਪੜ੍ਹ ਕੇ ਆਇਆ ਵਾਂ, ਮੈਂ ਤੇ ਜਿੱਥੇ ਨਿੰਦਿਆ ਹੋ ਰਹੀ ਉੱਥੇ ਬਹਿ ਗਿਆ, ਮੈਂ ਤੇ ਜਿੱਥੇ ਚੁਗਲੀ ਕਰਨ ਵਾਲੇ ਲੋਕ ਬੈਠੇ ਨੇ ਉੱਥੇ ਬਹਿ ਗਿਆ। ਨਾ ਨਾ ਮਨਾ, ਇੱਥੋਂ ਉੱਠ। ਸੋ ਇਹ ਚੀਜ਼ਾਂ ਆਪ ਪਹਿਰਾ ਦਿਆਂਗੇ ਮਨ ਤੇ, ਤਾਂ ਇਹਦੇ ਵਿੱਚੋਂ ਨਿਕਲ ਸਕਾਂਗੇ। ਤੇ ਕਹਿੰਦੇ ਨੇ ਸੇ ਮਨਮੁਖ ਜੋ ਸ਼ਬਦ ਨਾ ਪਛਾਣੇ, ਗੁਰ ਕੇ ਭੈ ਕੀ ਸਾਰ ਨਾ ਜਾਣੇ। ਫਿਰ ਉਹਨਾਂ ਦੇ ਅੰਦਰ ਗੁਰੂ ਦਾ ਭੈ ਵੀ ਨਹੀਂ ਵੱਜਦਾ। ਵੇਖੋ ਜੀ, ਭੈ ਇੱਕ ਐਸੀ ਚੀਜ਼ ਹੈ, ਕੋਈ ਚੋਰ ਕਿਸੇ ਘਰ ਦੇ ਵਿੱਚ ਚੋਰੀ ਕਰਨ ਵਾਸਤੇ ਗਿਆ, ਉਹਨੂੰ ਮਾੜਾ ਜਿਹਾ ਵੀ ਇਹ ਅਹਿਸਾਸ ਹੋ ਗਿਆ ਵੀ ਘਰ ਵਾਲੇ ਜਾਗਦੇ ਨੇ, ਮੁਖੀ ਜਾਗਦਾ ਹੈ, ਉਹ ਭੈ ਉਹਨੂੰ ਚੋਰੀ ਨਹੀਂ ਕਰਨ ਦੇਗਾ, ਉਹਨੂੰ ਚੋਰੀ ਨਹੀਂ ਕਰਨ ਦੇਗਾ। ਜੇ ਉਹਦੇ ਮਨ ਨੂੰ ਪੱਕਾ ਵਿਸ਼ਵਾਸ ਹੋ ਜਾਏ ਵੀ ਸਾਰੇ ਸੁੱਤੇ ਨੇ, ਉਹ ਨਿਡਰ ਹੋ ਜਾਏਗਾ, ਉਹਨੂੰ ਬਲ ਮਿਲੇਗਾ, ਉਹ ਚੋਰੀ ਕਰ ਲਏਗਾ, ਘਰਦਿਆਂ ਦੀ ਪਰਵਾਹ ਨਹੀਂ ਕਰੇਗਾ। ਇਸੇ ਤਰ੍ਹਾਂ ਜਿਸ ਨੂੰ ਗੁਰੂ ਦਾ ਭੈ ਵਿਆਪ ਗਿਆ, ਪਰਮੇਸ਼ਰ ਦਾ ਭੈ ਵਿਆਪ ਗਿਆ, ਉਹ ਮਨਾ ਹੋਰ ਤੇ ਕੋਈ ਨਹੀਂ ਵੇਖਦਾ, ਪਰ ਗੁਰੂ ਪ੍ਰਭੂ ਤੇ ਵੇਖ ਰਿਹਾ ਹੈ ਨਾ, ਉਹ ਕਦੇ ਮਾੜਾ ਕੰਮ ਨਹੀਂ ਕਰੇਗਾ। ਮਾੜਾ ਕੰਮ ਕਰਨ ਦੀ ਸੋਚ ਉਹਦੇ ਅੰਦਰ ਪੈਦਾ ਹੋ ਸਕਦੀ ਹੈ, ਖਿਆਲ ਜਨਮ ਲੈ ਸਕਦਾ ਹੈ, ਪਰ ਉੱਥੇ ਭੈ ਜੇ ਆ ਗਿਆ ਗੁਰੂ ਦਾ, ਪ੍ਰਭੂ ਦਾ, ਉਹ ਨਹੀਂ ਉਹਨੂੰ ਮਾੜਾ ਕੰਮ ਕਰਨ ਦੇਗਾ। ਇਹ ਗਰੰਟੀ ਹੈ। ਵੇਖੋ ਜੀ, ਇੱਕ ਟੀਚਰ ਵਿਦਿਆਰਥੀ ਅੱਜ ਕੰਮ ਨਹੀਂ ਕਰਕੇ ਲਿਆਇਆ, ਉਸ ਵਿਦਿਆਰਥੀ ਨੂੰ ਅੱਜ ਕਿਹਾ ਗਿਆ ਵੀ ਜੇ ਕੱਲ ਨੂੰ ਤੂੰ ਹੋਮਵਰਕ ਨਾ ਕਰਕੇ ਲਿਆਇਆ, ਯਾਦ ਨਾ ਕਰਕੇ ਲਿਆਇਆ, ਕੱਲ ਨੂੰ ਤੈਨੂੰ ਕੁੱਟਿਆ ਵੀ ਜਾਏਗਾ ਤੇ ਮੁਰਗਾ ਵੀ ਬਣਾਇਆ ਜਾਏਗਾ, ਮਾਰ ਬੜੀ ਪੈਗੀ ਤੈਨੂੰ। ਹੁਣ ਉਹ ਵਿਦਿਆਰਥੀ ਅੱਜ ਕੁਝ ਹਿੱਸਾ ਯਾਦ ਕਰਕੇ ਲਿਆਇਆ ਹੈ, ਕੁਝ ਲਿਖ ਕੇ ਲਿਆਇਆ ਹੈ। ਕਿਉਂ ਲਿਖ ਕੇ ਲਿਆਇਆ? ਕਿਉਂਕਿ ਉਹਨੇ ਮੁਰਗਾ ਨਹੀਂ ਸੀ ਬਣਨਾ, ਇਹ ਡਰ। ਉਹ ਛੋਟੀਆਂ ਦੀ ਮਾਰ ਨਹੀਂ ਸੀ ਖਾਣਾ ਚਾਹੁੰਦਾ, ਇਹ ਡਰ ਉਹਦੇ ਕੋਲ ਅੱਜ ਯਾਦ ਕਰਵਾ ਗਿਆ। ਇਸ ਨੂੰ ਗੁਰੂ ਦੇ ਭੈ ਨੂੰ, ਪਰਮੇਸ਼ਰ ਦੇ ਭੈ ਨੂੰ ਨਿਰਮਲ ਭਉ ਆਖਿਆ। ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਜਿਸ ਬੰਦੇ ਦੇ ਅੰਦਰ ਨਿਰਮਲ ਭੈ ਆ ਕੇ ਟਿਕ ਜਾਂਦਾ ਹੈ, ਉਹੀ ਰੱਬ ਜੀ ਦੇ ਗੁਣ ਗਾਉਂਦਾ ਹੈ ਤੇ ਜ਼ਿੰਦਗੀ ਵਿੱਚ ਜਿਉਂਦਾ ਹੈ। ਜਿਹਦੇ ਅੰਦਰ ਭੈ ਨਹੀਂ ਟਿਕਿਆ, ਉਹ ਗੁਣ ਗਾਈ ਜਾਏਗਾ, ਗੁਣਾਂ ਨੂੰ ਕਮਾਏਗਾ ਨਹੀਂ, ਉਹ ਗੁਣਾਂ ਨੂੰ ਕਮਾਏਗਾ ਨਹੀਂ। ਤੇ ਇੱਥੇ ਗੁਰੂ ਜੀ ਕਹਿੰਦੇ ਉਸ ਮਨਮੁਖ ਨੂੰ ਗੁਰੂ ਦੇ ਭੈ ਦੀ ਅਦਬ ਵਿੱਚ ਰਹਿਣ ਦੀ ਸਾਰੀ ਸੋਝੀ ਕੋਈ ਨਹੀਂ। ਗੁਰ ਕੇ ਭੈ ਕੀ ਸਾਰ ਨਾ ਜਾਣੈ, ਭੈ ਬਿਨ ਕਿਉ ਨਿਰਭਉ ਸਚ ਪਾਈਐ। ਗੁਰੂ ਜੀ ਨੇ ਕਹਿਤਾ, ਜਿੰਨਾ ਚਿਰ ਪ੍ਰਭੂ ਗੁਰੂ ਦਾ ਅਦਬ ਭੈ ਤੇਰੇ ਜੀਵਨ ਵਿੱਚ ਨਹੀਂ ਆ ਕੇ ਟਿਕੇਗਾ, ਸੱਚ ਨੂੰ ਨਹੀਂ ਪਾ ਸਕੇਗਾ, ਰੱਬ ਨੂੰ ਨਹੀਂ ਪਾ ਸਕੇਗਾ। ਇਹਦਾ ਮਤਲਬ ਭੈ ਵਾਲਾ ਗੁਣ ਲਿਆਉਣਾ ਵੀ ਬੜਾ ਕੀਮਤੀ ਚੀਜ਼ ਹੈ।
ਗੁਰੂ ਪ੍ਰਭੂ ਦੇ ਭੈ ਅਦਬ ਵਿੱਚ ਰਹਿਣਾ ਵੀ ਇੱਕ ਬੜਾ ਮਰਦਾਂ ਵਾਲਾ ਕੰਮ ਹੈ ਜੀ। ਭੈ ਬਿਨ ਕਿਉਂ ਨਿਰਭਉ ਸੱਚ ਪਾਈਐ। ਭੈ ਤੋਂ ਜਿੰਨਾ ਚਿਰ ਤੇਰੇ ਅੰਦਰ ਗੁਰੂ ਦਾ ਪ੍ਰਭੂ ਦਾ ਭੈ ਨਹੀਂ, ਅਦਬ ਨਹੀਂ, ਤੂੰ ਸੱਚ ਨੂੰ ਨਹੀਂ ਪਾ ਸਕੇਗਾ। ਜਮ ਕਾਢ ਲਏਗਾ ਸਾਹਾ ਹੈ। ਇਹ ਆਤਮਿਕ ਮੌਤ ਲਿਆਉਣ ਵਾਲੇ ਜਿਹੜੇ ਜਮ ਨੇ, ਤੇਰੇ ਅੰਦਰੋਂ ਸ਼ੁਭ ਗੁਣਾਂ ਦਾ ਸਾਹ, ਆਤਮਿਕ ਜੀਵਨ ਦਾ ਸਾਹ ਖਿੱਚ ਲੈਣਗੇ। ਕਿਹੜੇ ਜਮ ਦੀ ਗੱਲ ਕੀਤੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਜਮ ਤੇਰੇ ਅੰਦਰੋਂ ਸੱਚ ਦੇ ਮਾਰਗ ਤੇ ਤੁਰਨ ਵਾਲੀ ਸ਼ਕਤੀ ਖੋਹ ਲੈਣਗੇ। ਤੇਰੇ ਕੋਲ ਸੰਤੋਖ ਦੇ ਰਸਤੇ ਤੇ ਤੁਰਨ ਵਾਲੀ ਸ਼ਕਤੀ ਲੋਭ ਰੂਪੀ ਜਮ ਖੋਹ ਲਏਗਾ। ਸੋ ਇੱਥੇ ਵਿਚਾਰਾਂ ਦੀ ਸਮਾਪਤੀ ਕਰਦੇ ਹਾਂ ਜੀ। ਜਿਸ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨਾਉਂਦੇ ਹੋ, ਪਾਠ ਕਰਦੇ ਹੋ, ਬੜੇ ਅਦਬ ਦੇ ਨਾਲ ਥੋੜਾ ਥੋੜਾ ਤਿਨਕਾ ਮਾਤਰ ਗੁਣ ਆਪਣੇ ਹਿਰਦੇ ਵਿੱਚ ਵਸਾਓ। ਤੁਹਾਡੇ ਜੀਵਨ ਵਿੱਚ ਕਾਹਲਾਪਣ ਨਾ ਹੋਵੇ। ਤੁਹਾਡੇ ਜੀਵਨ, ਤੁਹਾਡੀਆਂ ਬੋਲਾਂ ਦੇ ਉੱਪਰ ਪਿਆਰ ਹੋਵੇ, ਪ੍ਰੇਮ ਹੋਵੇ, ਸ਼ਰਧਾ ਹੋਵੇ, ਮਿਠਾਸ ਹੋਵੇ, ਤਾਂ ਕਿ ਤੁਹਾਡੀ ਪ੍ਰੇਮ ਭਰੀ ਬੋਲੀ ਨੂੰ ਸੁਣ ਕੇ, ਤੁਹਾਡੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਨੂੰ ਵੇਖ ਕੇ ਦੂਜੇ ਵੀ ਲੋਕ ਤੁਹਾਡੀ ਸੰਗਤ ਕਰਨ ਆਣ। ਕਈ ਵਾਰੀ ਸ਼ਿਕਾਇਤ ਮਿਲਦੀ, ਗਿਆਨੀ ਜੀ ਮੈਂ ਉਸ ਜਥੇ ਵਿੱਚ ਨਹੀਂ ਜਾਂਦੀ ਕਿਉਂਕਿ ਉੱਥੇ ਖਰਵਾ ਬੜਾ ਬੋਲਦੇ ਨੇ, ਫਿੱਕਾ ਬੜਾ ਬੋਲਦੇ ਨੇ, ਉੱਥੇ ਆਪਣੀ ਮਨਮਰਜ਼ੀਆਂ ਕਰਦੇ ਨੇ। ਅਸੀਂ ਜੋੜਨਾ ਹੈ, ਤੋੜਨਾ ਨਹੀਂ ਕਿਸੇ ਨੂੰ। ਸੋ ਬੀਬੀਆਂ ਨੇ, ਮਾਤਾਵਾਂ ਨੇ, ਮੇਰੀਆਂ ਭੈਣਾਂ ਨੇ, ਇਸਤਰੀ ਸਾਸੰਗ ਸਭਾ ਨੇ, ਸਿਖਰ ਦੁਪਹਿਰੇ ਜਿਸ ਵਕਤ ਮੇਰੇ ਵਰਗਾ ਆਰਾਮ ਕਰ ਰਿਹਾ ਹੁੰਦਾ ਹੈ, ਸੌਂ ਰਿਹਾ ਹੁੰਦਾ ਏਸੀ ਦੇ ਵਿੱਚ, ਉਦੋਂ ਇਹ 3 ਵਜੇ ਚੱਲ ਕੇ ਆਪਣੇ ਘਰਾਂ ਤੋਂ ਕਿਤੋਂ ਕੋਈ ਨਟਖੇੜੇ ਤੋਂ ਆ ਰਿਹਾ ਹੈ, ਕੋਈ ਚੰਦਰ ਨਗਰ ਤੋਂ ਆ ਰਿਹਾ, ਕੋਈ ਗੁਰੂ ਨਾਨਕ ਨਗਰ ਤੋਂ ਆ ਰਿਹਾ ਹੈ। ਉਸ ਵਕਤ ਬਾਹਰ ਨਿਕਲਣਾ ਕਿੰਨਾ ਮੁਸ਼ਕਲ ਹੈ, ਪਰ ਗੁਰੂ ਦੀ ਕਿਰਪਾ, ਰਹਿਮਤ ਸਦਕਾ, ਸ਼ਰਧਾ ਭਾਵਨਾ ਦੇ ਨਾਲ ਇਹ ਆਪੋ ਆਪਣੇ ਸਾਧਨਾ ਨਾਲ ਆਉਂਦੀਆਂ ਨੇ ਤੇ 5 ਵਜੇ 5:30 ਵਜੇ ਇਹ ਪੜ੍ਹ ਕੇ ਗੁਰੂ ਕੀ ਬਾਣੀ ਜਾਂਦੀਆਂ ਨੇ। ਤੇ ਗੁਰੂ ਜੀ ਇਹਨਾਂ ਦੇ ਇਹ ਮਨਾਏ ਹੋਏ ਪੁਰਬ, ਇਹ ਭਗਤੀ ਭਾਵਨਾ, ਇਹਨੂੰ ਭਾਗ ਲਾਉਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਤੇ ਇਸ ਤਰ੍ਹਾਂ ਹੀ ਇਹ ਬੀਬੀਆਂ ਸ਼ਰਧਾ ਭਾਵਨਾ ਦੇ ਨਾਲ ਇਸ ਗੁਰੂ ਪੁਰਬ ਮਨਾਉਂਦੀਆਂ ਰਹਿਣ ਤੇ ਆਪਣੇ ਜੀਵਨ ਨੂੰ ਸਫਲ ਕਰਦੀਆਂ ਰਹਿਣ। ਸੋ ਭੁੱਲ ਗਲਤੀ ਦੀ ਖਿਮਾ, ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।